ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਅਕਾਲ ਪੁਰਖ ਨੇ ਜਦੋਂ ਇਸ ਸੰਸਾਰ ਦੀ ਰਚਨਾ ਕੀਤੀ ਤਾਂ ਉਸ ਦਾ ਪ੍ਰਯੋਜਨ ਇੱਕ ਡਰਾਮਾ ਖੇਡਣਾ ਸੀ। ਉਸ ਨੇ ਜੀਵਾਂ ਨੂੰ ਉਸ ਡਰਾਮੇ ਦੇ ਪਾਤਰ ਬਣਾ ਕੇ ਇੱਥੇ ਭੇਜਿਆ ਅਤੇ ਜੋ ਪਾਠ ਵੀ ਕਿਸੇ ਨੂੰ ਦਿੱਤਾ, ਬੁਰਾ ਜਾਂ ਭਲਾ, ਉਹ ਖੇਡ ਕੇ ਉਸ ਕਰਨਹਾਰ ਪਾਸ ਦੂਜੇ ਡਰਾਮੇ ਦੀ ਤਿਆਰੀ ਲਈ ਚਲਾ ਜਾਂਦਾ ਹੈ। ਕੋਈ ਪਾਪ ਜਾਂ ਪੁੰਨ ਇਸ ਜੀਵ ਵਾਸਤੇ ਨਹੀਂ ਸੀ। ਕੀਆ ਖੇਲ ਬੜ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ। ਇਸ ਤਰ੍ਹਾਂ ਜੀਵ ਹੁਕਮ ਦਾ ਬੱਧਾ ਹੋਇਆ ਆਉਂਦਾ ਸੀ, ਉਸੇ ਹੁਕਮ ਦਾ ਬੱਧਾ ਹੋਇਆ ਚਲਾ ਜਾਂਦਾ ਸੀ। ਉਸ ਨੂੰ ਲੇਸ ਮਾਤਰ ਵੀ ਕਿਸੇ ਪਾਪ ਜਾਂ ਪੁੰਨ ਦਾ ਲੇਖ ਨਹੀਂ ਸੀ। ਉਸ ਦੇ ਹੱਥਾਂ ਜਾਂ ਮੱਥੇ ਤੇ ਕੋਈ ਲਕੀਰ ਵੀ ਨਹੀਂ ਸੀ। ਉਸ ਲਈ ਨਾ ਕੋਈ ਸਵਰਗ ਸੀ, ਨਾ ਹੀ ਕੋਈ ਨਰਕ, ਨਾ ਕੋਈ ਵੈਰ ਸੀ, ਨਾ ਵਿਰੋਧ। ਇਹ ਕੇਵਲ ਹੁਕਮੀ ਬੰਦਾ ਸੀ। ਸਮਾਂ ਪਾ ਕੇ ਇਸ ਦੇ ਅੰਦਰ ਹਉਮੈ ਆ ਗਈ ਅਤੇ ਇਸ ਨੇ ਆਪਣੇ ਆਪ ਨੂੰ ਕਰਤਾ ਮੰਨ ਲਿਆ। ਜਦੋਂ ਕਰਤਾ ਮੰਨਿਆ, ਜਦ ਇਸ ਨੂੰ ਉਸ ਖੇਡ ਵਿੱਚੋਂ ਕੋਈ ਚੰਗਾ ਪਾਠ ਮਿਲ ਗਿਆ, ਚਾਹੀਦਾ ਤਾਂ ਇਹ ਸੀ ਕਿ ਸੱਚੇ ਪਾਤਸ਼ਾਹ ਦਾ ਧੰਨਵਾਦੀ ਹੁੰਦਾ ਕਿ ਤੁਸੀਂ ਮੇਰੇ ਪਾਸੋਂ ਦਇਆ ਕਰਕੇ ਇਹ ਚੰਗਾ ਕੰਮ ਕਰਵਾ ਲਿਆ ਹੈ। ਪਰ ਇਸ ਦੇ ਉਲਟ ਹਉਮੈ ਆ ਗਈ ਅਤੇ ਚੰਗੇ ਕਰਮ ਦਾ ਫਲ ਮੰਗਣ ਲੱਗ ਪਿਆ, ਬੁਰੇ ਕੰਮ ਨੂੰ ਹੁਕਮ ਸਮਝਣ ਲੱਗ ਪਿਆ। ਕੁਦਰਤ ਦਾ ਇਹ ਨੇਮ ਹੈ ਕਿ ਜਦ ਕਦੀ ਕੋਈ ਆਪਣੇ ਚੰਗੇ ਕਰਮ ਦਾ ਫਲ ਮੰਗਦਾ ਹੈ ਜਾਂ ਮੰਗੇਗਾ ਤਾਂ ਬੁਰੇ ਕੰਮ ਦਾ ਦੰਡ ਵੀ ਉਸ ਨੂੰ ਜ਼ਰੂਰ ਮਿਲੇਗਾ। ਇਹ ਤਾਂ ਹੋ ਹੀ ਨਹੀਂ ਸਕਦਾ ਕਿ ਚੰਗੇ ਕੰਮ ਦਾ ਇਨਾਮ ਮਿਲੇ ਅਤੇ ਬੁਰੇ ਲਈ ਮਾਫੀ ਮਿਲ ਜਾਵੇ। ਸੁਖਮਨੀ ਸਾਹਿਬ ਦੀ 21ਵੀਂ ਅਸ਼ਟਪਦੀ ਵਿੱਚ ਵੀ ਇਹ ਕੁਝ ਸਪਸ਼ਟ ਕੀਤਾ ਹੋਇਆ ਹੈ। ਜਹ ਆਪ ਰਚਿਓ ਪ੍ਰਪੰਚ ਆਕਾਰ, ਤਹ ਗੁਣ ਮੈਂ ਕੀਨੋ ਵਿਸਤਾਰ। ਪਾਪ ਪੁੰਨ ਤੈ ਪਈ ਕਹਾਵਤ, ਕਉ ਨਰਕ ਕਉ ਸੁਰਗ ਬਸ਼ਾਮਤ। ਸੋ ਪੁੰਨ ਅਤੇ ਪਾਪ ਦਾ ਵਿਚਾਰ ਅਸਾਂ ਆਪ ਹੀ ਬਣਾ ਲਿਆ, ਜਦ ਕਿ ਅਸਲੀਅਤ ਇਹ ਹੈ, ਸੋ ਕਿਛ ਨਾਹੀ ਜੇ ਮੈਂ ਤੇ ਹੋਵੈ, ਮੇਰੇ ਠਾਕੁਰ ਅਗਮ ਅਪਾਰੇ। ਇਸ ਦੇ ਉਲਟ ਜੇ ਕੋਈ ਇਮਤਿਹਾਨ ਚੋਂ ਪਾਸ ਹੋ ਜਾਵੇ ਤਾਂ ਇਹ ਹਉਮੈ ਵਿੱਚ ਫੁੱਲਿਆ ਹੋਇਆ ਕਹਿੰਦਾ ਹੈ ਕਿ ਮੈਂ ਬੜੀ ਮਿਹਨਤ ਕੀਤੀ ਸੀ ਅਤੇ ਉਸ ਕਰਕੇ ਹੀ ਚੰਗੇ ਨੰਬਰ ਲਏ ਹਨ। ਇਸ ਤੋਂ ਉਲਟ ਜੇਕਰ ਕੋਈ ਫੇਲ ਹੋ ਜਾਵੇ ਤਾਂ ਆਖਦਾ ਹੈ ਕਿ ਰੱਬ ਨੇ ਫੇਲ ਕਰ ਦਿੱਤਾ। ਜੇਕਰ ਕੋਈ ਰੋਗੀ ਅਰੋਗਤਾ ਪ੍ਰਾਪਤ ਕਰ ਲੈਂਦਾ ਹੈ ਤਾਂ ਕਹਿੰਦਾ ਹੈ ਅਸਾਂ ਫਲਾਣੇ ਵੈਦ ਜਾਂ ਡਾਕਟਰ ਪਾਸੋਂ ਇਲਾਜ ਕਰਵਾਇਆ ਹੈ, ਦਵਾਈ ਵੀ ਅਮਰੀਕਾ ਤੋਂ ਮੰਗਵਾ ਕੇ ਦਿੱਤੀ ਸੀ। ਇਸ ਤੋਂ ਉਲਟ ਜੇਕਰ ਮਰੀਜ਼ ਮਰ ਜਾਵੇ ਤਾਂ ਦੋਸ਼ ਵਾਹਿਗੁਰੂ ਤੇ ਲਾਇਆ ਜਾਂਦਾ ਹੈ। ਹਾਲਾਂਕਿ ਹੁਕਮ ਤਾਂ ਇਹ ਹੈ, ਮਾਰਿਆ ਰਾਖਿਆ ਏਕੋ ਆਪ, ਮਾਨਕ ਕਹਿ ਕਿਛ ਨਾਹੀ ਹਾਤ। ਜਦ ਅਸਾਂ ਆਪਣੇ ਆਪ ਨੂੰ ਕਰਤਾ ਮੰਨ ਲਿਆ ਤਾਂ ਮਾਲਿਕ ਨੇ ਵੀ ਕਿਹਾ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ। ਸੋ ਬੁਰੇ ਕਰਮ ਦਾ ਫਲ ਬੁਰਾ ਅਤੇ ਭਲੇ ਦਾ ਭਲਾ ਮਿਲਣਾ ਜ਼ਰੂਰੀ ਸੀ। ਹੈਰਾਨਗੀ ਤਾਂ ਇਸ ਗੱਲ ਦੀ ਹੈ ਕਿ ਅਸੀਂ ਬੀਜਦੇ ਤਾਂ ਕਿੱਕਰ ਹਾਂ ਅਤੇ ਆਸ ਰੱਖਦੇ ਹਾਂ ਕਿ ਇਹਨਾਂ ਨੂੰ ਅੰਗੂਰ ਲੱਗ ਜਾਣ। ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ, ਪੈਦਾ ਲੋੜੈ ਪੱਟ। ਪਾਪ ਕਰਮ ਕਰਕੇ ਅਸੀਂ ਬੜੇ ਖੁਸ਼ ਹੁੰਦੇ ਹਾਂ, ਪਰ ਜਦੋਂ ਉਸ ਦੀ ਸਜ਼ਾ ਮਿਲਦੀ ਹੈ ਤਾਂ ਅਸੀਂ ਰੋਂਦੇ ਹਾਂ। ਜਦ ਅਸੀਂ ਕਣਕ ਬੀਜੀ ਹੈ ਤਾਂ ਕਣਕ ਹੀ ਉਗੇਗੀ, ਮਕਈ ਤਾਂ ਬਿਲਕੁਲ ਨਹੀਂ। ਪਿੱਛੇ ਜਿਹੇ ਡਾਲਡਾ ਮਾਰਕੀਟ ਵਿੱਚ ਮੁਸ਼ਕਿਲ ਨਾਲ ਮਿਲਦਾ ਸੀ। ਇੱਕ ਬੰਦਾ ਡਾਲਡੇ ਦੇ ਖਾਲੀ ਡੱਬੇ ਪਾਣੀ ਨਾਲ ਭਰ ਕੇ ਟਰੱਕ ਵਿੱਚ ਲੱਦ ਕੇ ਬਾਜ਼ਾਰ ਵਿੱਚ ਆ ਗਿਆ। ਚੌਂਕ ਵਿੱਚ ਖੜਾ ਹੋ ਕੇ ਹੋਕਾ ਦਿੱਤਾ ਕਿ ਜਿਸ ਨੂੰ ਡਾਲਡਾ ਚਾਹੀਦਾ ਹੈ, ਭਰਿਆ ਭਰਾਇਆ ਟੀਨ ਲੈ ਜਾਵੋ, ਕੀਮਤ ਵੀ ਵਾਜਿਬ ਲੱਗੇਗੀ। ਦੁਨੀਆ ਟੁੱਟ ਕੇ ਪੈ ਗਈ ਅਤੇ ਮਿੰਟਾਂ ਵਿੱਚ ਸਾਰਾ ਟਰੱਕ ਖਾਲੀ ਹੋ ਗਿਆ। ਉਸ ਨੂੰ ਹਜ਼ਾਰਾਂ ਰੁਪਏ ਮੁਫਤ ਵਿੱਚ ਮਿਲ ਗਏ। ਹੁਣ ਸੋਚੋ, ਜੇਕਰ ਉਸ ਬੰਦੇ ਦੇ ਘਰ ਨੂੰ ਚੋਰ ਲੁੱਟ ਕੇ ਲੈ ਜਾਣ ਜਾਂ ਉਸ ਨੂੰ ਅੱਗ ਲੱਗ ਜਾਵੇ ਤਾਂ ਕੀ ਉਸ ਨੂੰ ਰੋਣਾ ਚਾਹੀਦਾ ਹੈ? ਬਿਲਕੁਲ ਨਹੀਂ। ਪਰ ਅਸੀਂ ਦੋਸ਼ ਸਿਰਜਣਹਾਰ ਤੇ ਲਾਉਂਦੇ ਹਾਂ। ਜਿੰਨੇ ਜ਼ੋਰ ਨਾਲ ਅਸੀਂ ਗੇਂਦ ਨੂੰ ਜ਼ਮੀਨ ਤੇ ਮਾਰਾਂਗੇ, ਓਨੇ ਹੀ ਜ਼ੋਰ ਨਾਲ ਗੇਂਦ ਬੁੜਕੇਗੀ। ਜਦ ਜੀਵ ਕਰਤਾ ਹੀ ਬਣ ਗਿਆ ਤਾਂ ਉਸ ਨੂੰ ਕੀਤੇ ਹੋਏ ਕਰਮਾਂ ਦਾ ਫਲ ਭੋਗਣਾ ਹੀ ਪਵੇਗਾ, ਭਾਵੇਂ ਉਹ ਹੱਸ ਕੇ ਭੋਗ ਲਵੇ ਅਤੇ ਭਾਵੇਂ ਰੋਕੇ। ਭਾਣਾ ਮੂਰਖ ਵੀ ਮੰਨਦਾ ਹੈ ਅਤੇ ਗਿਆਨੀ ਵੀ। ਮੂਰਖ ਰੋ ਪਿੱਟ ਕੇ, ਸਿਰ ਖੋ ਕੇ, ਸਿਹਤ ਗਵਾ ਕੇ, ਰੋਗ ਸਹੇੜ ਕੇ ਮੰਨਦਾ ਹੈ ਅਤੇ ਗਿਆਨੀ ਆਖਦਾ ਹੈ, ਮਨ ਮੂਰਖ ਕਾ ਹੈ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ।
ਬੁਰੇ ਕੰਮ ਕਰਨ ਤੋਂ ਪਹਿਲਾਂ ਸਾਨੂੰ ਪੂਰੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਇਸ ਦਾ ਬੁਰਾ ਫਲ ਮੈਨੂੰ ਅਵਸ਼ ਮਿਲਣਾ ਹੈ, ਜਲਦੀ ਜਾਂ ਦੇਰੀ ਨਾਲ ਹੀ ਸਹੀ। ਦੁਨੀਆ ਦੀ ਕੋਈ ਸ਼ਕਤੀ ਸਾਨੂੰ ਇਸ ਕਾਨੂੰਨ ਤੋਂ ਨਹੀਂ ਬਚਾ ਸਕਦੀ। ਜਦ ਬੀਜ ਭੂਮੀ ਵਿੱਚ ਬੀਜਿਆ ਜਾਵੇ ਤਾਂ ਉਸਨੇ ਜ਼ਰੂਰ ਉੱਗ ਖੜੋਣਾ ਹੈ। ਕਈ ਬੀਜ ਜਲਦੀ ਉੱਗ ਪੈਂਦੇ ਹਨ, ਕਈ ਦੇਰੀ ਨਾਲ। ਹੁਣ ਸਵਾਲ ਪੈਦਾ ਹੁੰਦਾ ਹੈ, ਜਿਹੜੇ ਕਰਮ ਅਸੀਂ ਲੁਕ ਛੁਪ ਕੇ ਕਰਦੇ ਹਾਂ, ਕੀ ਉਹਨਾਂ ਦਾ ਬੁਰਾ ਫਲ ਕਿਸੇ ਤਰੀਕੇ ਨਾਲ ਟਲ ਸਕਦਾ ਹੈ? ਬਿਲਕੁਲ ਨਹੀਂ। ਲੇਖ ਨਾ ਮਿਟਈ ਹੈ ਸਕੀ, ਜੋ ਲਿਖਿਆ ਕਰਤਾਰ। ਜਦੋਂ ਕੋਈ ਵਿਅਕਤੀ ਘੋਰ ਦੁਖੀ ਹੋਵੇ, ਅਨੇਕਾਂ ਹੀ ਹੱਤਿਆ ਕੀਤੀਆਂ ਹੋਣ, ਜਨਮ ਦੀ ਦਲਿਦਰੀ ਹੋਵੇ ਅਤੇ ਬਹੁਤ ਹੀ ਕੋਈ ਝਗੜਾਲੂ ਕਿਉਂ ਨਾ ਹੋਵੇ, ਸਭ ਕੁਝ ਮਿਟ ਜਾਂਦਾ ਹੈ ਹਰੀ ਦਾ ਨਾਮ ਸਿਮਰਨ ਕਰਨ ਦੇ ਨਾਲ। ਜਿਵੇਂ ਅਗਨੀ ਲੱਕੜੀ ਨੂੰ ਦਗਧ ਕਰ ਦਿੰਦੀ ਹੈ, ਸਿੱਟਾ ਇਹੀ ਨਿਕਲਦਾ ਹੈ ਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਨਸ਼ਟ ਹੋ ਜਾਂਦੇ ਹਨ। ਜਿਵੇਂ ਅਗਨੀ ਲੱਖਾਂ ਮਨ ਲੱਕੜੀ ਸਾੜ ਕੇ ਸੁਆਹ ਕਰ ਦਿੰਦੀ ਹੈ, ਤਿਵੇਂ ਸਿਮਰਨ ਦੀ ਸ਼ਕਤੀ ਨਾਲ ਕੀਤੇ ਹੋਏ ਪਾਪਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹਨਾਂ ਕਾਲੇ ਲੇਖਾਂ ਨੂੰ ਮਿਟਾਉਣ ਲਈ ਇੱਕ ਬੜਾ ਹੀ ਪਿਆਰਾ ਦ੍ਰਿਸ਼ਟਾਂਤ ਲਿਖਿਆ ਹੈ। ਇਸ ਸਾਖੀ ਵਿਚਾਰ ਨੂੰ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਿਖਿਆ ਮੇਟ ਸਕੇ ਇਹ ਗਲਤ ਹਕੀਕ, ਲਿਖਣ ਹਾਰੀ ਕਲਮ ਪਰ ਵਾਹ ਸਕਦੀ ਹੈ ਲੀਕ। ਕਲਮ ਜਿੱਦੇ ਇਹ ਹੱਥ ਹੈ, ਚੁਮ ਹੱਥ ਦਿਨ ਤੇ ਰਾਤ। ਚੀਚ ਗਲੋਲੇ ਜਾਨ ਬਨ, ਹਰਫ ਲਖੀਦੇ ਠੀਕ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਹਨ, ਜਿਸ ਨੇ ਸਾਡੇ ਹੱਥਾਂ ਅਥਵਾ ਮੱਥੇ ਤੇ ਲੇਖ ਲਿਖੇ ਹਨ, ਉਹ ਸਮਰੱਥ ਹੈ ਜੋ ਉਹਨਾਂ ਨੂੰ ਮੇਟ ਸਕੇ। ਹੋਰ ਸੰਸਾਰ ਵਿੱਚ ਕਿਸੇ ਨੂੰ ਵੀ ਇਹ ਸ਼ਕਤੀ ਨਹੀਂ ਹੈ। ਜਿਵੇਂ ਕੋਈ ਬੰਦਾ ਆਪਣੀ ਲੜਕੀ ਦੇ ਵਿਆਹ ਲਈ ਆਪਣੇ ਅਫਸਰ ਨੂੰ ਕੁਝ ਦਿਨਾਂ ਦੀ ਛੁੱਟੀ ਲਈ ਅਰਜ਼ੀ ਦਿੰਦਾ ਹੈ। ਅਫਸਰ ਆਪਣੀ ਅਰਜ਼ੀ ਨਾਲ ਉਸ ਅਰਜ਼ੀ ਤੇ ਨਾ ਕਰ ਦਿੰਦਾ ਹੈ। ਹੁਣ ਉਸ ਬੰਦੇ ਲਈ ਦੋ ਹੀ ਰਸਤੇ ਹਨ, ਇੱਕ ਤਾਂ ਇਹ ਕਿ ਉਹ ਆਨੰਦ ਕਾਰਜ ਨੂੰ ਅੱਗੇ ਪਾ ਦੇਵੇ, ਜਾਂ ਫਿਰ ਉਸੇ ਅਫਸਰ ਪਾਸ ਜਾ ਕੇ ਆਪਣੀ ਮਜਬੂਰੀ ਦੱਸੇ ਕਿ ਘਰ ਵਿੱਚ ਕੇਵਲ ਮੈਂ ਹੀ ਸਿਆਣਾ ਹਾਂ, ਜਿਸ ਨੇ ਦੌੜ ਭੱਜ ਕਰਕੇ ਸਾਰੇ ਕੰਮ ਕਰਨੇ ਹਨ, ਕੱਪੜੇ ਗਹਿਣੇ ਰਾਸ਼ਨ ਦਾ ਪ੍ਰਬੰਧ ਕਰਨਾ ਹੈ। ਜੇਕਰ ਕੋਈ ਹੋਰ ਇਹ ਕੁਝ ਕਰਨ ਯੋਗ ਹੁੰਦਾ ਤਾਂ ਮੈਂ ਕਦੀ ਵੀ ਤੁਸਾਂ ਦਾ ਹੁਕਮ ਨਾ ਮੋੜਦਾ। ਹੁਣ ਕਿਰਪਾ ਕਰਕੇ ਛੁੱਟੀ ਜ਼ਰੂਰ ਮਨਜ਼ੂਰ ਕਰ ਦਿਓ। ਅਫਸਰ ਉਸ ਨਾਲ ਸਹਿਮਤ ਹੋ ਜਾਂਦਾ ਹੈ ਅਤੇ ਉਸ ਨੂੰ ਹਾਂ ਕਰ ਦਿੰਦਾ ਹੈ ਅਤੇ ਨਾਲ ਇਹ ਵੀ ਕਹਿ ਦਿੰਦਾ ਹੈ ਕਿ ਕਿਸੇ ਦਿਨ ਜ਼ਰੂਰੀ ਕੰਮ ਵੀ ਪੈ ਜਾਵੇ ਤਾਂ ਪਹਿਲਾਂ ਹੀ ਦੱਸ ਕੇ ਉਸ ਕੰਮ ਨੂੰ ਕਰਨ ਵਾਸਤੇ ਆਪ ਜਾ ਸਕਦੇ ਹੋ। ਕਿਸੇ ਕਿਸਮ ਦੀ ਸ਼ਰਮ ਨਹੀਂ ਕਰਨੀ। ਇਸੇ ਪ੍ਰਕਾਰ ਪ੍ਰਭੂ ਦੀ ਸ਼ਰਨ ਵਿੱਚ ਜਾਣ ਨਾਲ ਸਭ ਮੁਸੀਬਤਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ, ਸਗੋਂ ਵਧੇਰੇ ਬਖਸ਼ਿਸ਼ ਹੋ ਜਾਂਦੀ ਹੈ। ਜਦ ਕਦੇ ਸਾਡੇ ਸਿਰ ਤੇ ਆਫਤ ਆ ਪਵੇ, ਅਸੀਂ ਘਬਰਾਏ ਹੋਏ ਪੰਡਤਾਂ ਮੁੱਲਾਂ ਮੁਲਾਣਿਆਂ ਪਾਸ ਜਾਂਦੇ ਹਾਂ। ਉਹਨਾਂ ਦੇ ਦੱਸੇ ਮੰਤਰ ਜੰਤਰ ਨਾਲ ਆਪਣੀ ਬਲਾ ਟਾਲਣ ਦਾ ਯਤਨ ਕਰਦੇ ਹਾਂ, ਪਰ ਹਜੂਰ ਦਾ ਤਾਂ ਇਹ ਫਰਮਾਨ ਹੈ, ਜੇਕਰ ਹੋਦਾ ਮੰਗਣ ਜਾਈਐ ਫਿਰ ਉਲਾਮਾ ਮਿਲੇ ਤਹੀਂ। ਇਸ ਲਈ ਬੁਰੇ ਕਰਮ ਅਤੇ ਪਾਪਾਂ ਦੇ ਡੰਡ ਤੋਂ ਬਚਣ ਲਈ ਕੇਵਲ ਨਾਮ ਸਿਮਰਨ ਹੀ ਸਹਾਇਤਾ ਕਰਦਾ ਹੈ। ਜਿਵੇਂ ਬੱਚਾ ਕੋਈ ਅਪਰਾਧ ਕਰਦਾ ਹੈ ਤਾਂ ਮਾਂ ਕਈ ਵਾਰ ਗੁੱਸੇ ਵਿੱਚ ਆ ਕੇ ਉਸ ਦੇ ਮੂੰਹ ਤੇ ਚੰਡ ਮਾਰ ਦਿੰਦੀ ਹੈ ਅਤੇ ਉਸ ਨੂੰ ਮਾਰ ਕੇ ਕੋਈ ਮਜ਼ਾ ਤਾਂ ਨਹੀਂ ਆਂਦਾ, ਸਗੋਂ ਜਦੋਂ ਬੱਚੇ ਦੀ ਗਲ ਤੇ ਆਪਣੀਆਂ ਉਂਗਲੀਆਂ ਦੇ ਨਿਸ਼ਾਨ ਵੇਖਦੀ ਹੈ ਤਾਂ ਕਈ ਵਾਰ ਆਪਣੇ ਆਪ ਤੇ ਲਾਂਤਾ ਪਾਉਂਦੀ ਹੈ, ਪਛਤਾਉਂਦੀ ਹੈ ਕਿ ਮੈਂ ਕਿਉਂ ਮਾਰਿਆ। ਉਸ ਦੇ ਮਾਰਨ ਦਾ ਭਾਵ ਕੇਵਲ ਇਹ ਹੀ ਹੁੰਦਾ ਹੈ ਕਿ ਬੱਚਾ ਅੱਗੇ ਤੋਂ ਇਹੋ ਜਿਹਾ ਬੁਰਾ ਕੰਮ ਨਾ ਕਰੇ। ਹਾਂ, ਜੇਕਰ ਬੱਚਾ ਮਾਰ ਤੋਂ ਡਰਦਾ ਹੋਇਆ ਮਾਂ ਪਾਸੋਂ ਪਛਤਾਤਾਪ ਕਰਕੇ ਮਾਫੀ ਮੰਗ ਲਵੇ ਅਤੇ ਕਹੇ ਕਿ ਮੈਂ ਅੱਗੇ ਤੋਂ ਫੇਰ ਕਦੀ ਇਹ ਪਾਪ ਨਹੀਂ ਕਰਾਂਗਾ, ਤਾਂ ਮਾਤਾ ਪਿਤਾ ਉਸੇ ਵੇਲੇ ਬਖਸ਼ ਦਿੰਦੇ ਹਨ। ਜੈਸਾ ਬਾਲਕ ਭਾਏ ਸੁਬਾਈ, ਲੱਖ ਅਪਰਾਧ ਕਮਾਵੈ। ਕਰ ਉਪਦੇਸ਼ ਝਿੜਕੈ ਬਹੁ ਪਾਤੀ, ਬਹੁੜ ਪਿਤਾ ਗਲ ਲਾਵੈ। ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੈ। ਪ੍ਰਭੂ ਸਾਡਾ ਬਖਸ਼ਿੰਦ ਹੈ, ਜੱਜ ਨਹੀਂ, ਮਾਤਾ ਪਿਤਾ ਹੈ। ਸਾਡੇ ਪਾਪ ਕਿੰਨੇ ਵੀ ਕਿਉਂ ਨਾ ਹੋਣ, ਉਹ ਮਿੰਟਾਂ ਸਕਿੰਟਾਂ ਵਿੱਚ ਬਖਸ਼ ਦਿੰਦਾ ਹੈ। ਕੋਟ ਖਤੇ ਖਿਨ ਬਖਸ਼ਣ ਹਾਰ, ਭਗਤ ਪਾਏ ਸਦਾ ਨਿਸਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।